14 ਫਰਵਰੀ ਨੂੰ ਤੁਹਾਡੇ ਨਾਮ ਤੇ ਜਾਂ ਤੱਕੜੀ ਤੇ ਮੋਹਰਾਂ ਕਿਉਂ ਲਾਉਣ ਈਵੀਐਮ ਦਾ ਬਟਨ ਕਿਉਂ ਦੱਬਣ। ਜਦੋਂ ਗੁਰਕੀਰਤ ਸਿੰਘ ਕੋਟਲੀ ਨੂੰ ਪੁੱਛਦੇ ਆ ਉਹ ਕਹਿੰਦੇ ਖੰਨੇ ਦਾ ਵਿਕਾਸ ਬਹੁਤ ਕਰਵਾਇਆ ਸੀ। ਨਹੀਂ ਵਿਕਾਸ ਮਤਲਬ ਦੱਸਣ ਤਾਂ ਸਹੀ ਨਾ ਕੀ ਕਰਵਾਇਆ, ਇੱਕ ਵੀ ਚੀਜ਼ ਦੱਸ ਦੇਣ ਉਹ ਕਰਵਾਈ ਆ। ਜਿਵੇਂ ਆਪਾਂ ਪਿਕਨਿਕ ਮਨਾਉਣ ਲਈ ਚੰਡੀਗੜ੍ਹ ਜਾਂਦੇ ਆ ਨਾ, ਉਹ ਪਿਕਨਿਕ ਮਨਾਉਣ ਲਈ ਖੰਨੇ ਆਉਂਦੇ ਨੇ। ਕਿਹੜੀਆਂ ਅਜਿਹੀਆਂ ਜ਼ਰੂਰਤਾਂ ਨੇ, ਕਿਹੜੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਫੁੱਲਫਿਲ ਨਹੀਂ ਕਰ ਸਕੇ ਕੋਟਲੀ? ਉਹੀ ਕਹਿੰਦੇ ਨੇ ਕਿ ਨਹੀਂ ਜੀ ਸਾਰੇ ਆਉਂਦੇ ਨੇ, ਸਾਰੇ ਚਲੇ ਜਾਂਦੇ ਨੇ, ਕਿ ਗੁਰਕੀਰਤ ਸਿੰਘ ਕੋਟਲੀ ਨੇ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਸਾਡੇ ਨਾਲ, ਇੱਕ ਵੀ ਪੂਰਾ ਨਹੀਂ ਕੀਤਾ। ਇੱਥੇ ਜਿਹੜੇ ਲਾਈਨੋਂ ਪਾਰ ਦੀ ਪ੍ਰੋਬਲਮ ਸੀਗੀ, ਸੀਵਰੇਜ ਦੀ ਪ੍ਰੋਬਲਮ ਸੀਗੀ ਜਾਂ ਹੋਰ ਹੱਲ ਹੋਈਆਂ ਨੇ? ਕੋਈ ਵੀ ਨਹੀਂ ਹੱਲ ਹੋਈ ਜੀ। ਲਾਈਨੋਂ ਪਾਰ ਤਾਂ ਲੋਕੀ ਵਿਚਾਰੇ ਨਰਕ 'ਚ ਰਹਿ ਰਹੇ ਨੇ, ਇੰਨਾ ਬੁਰਾ ਹਾਲ ਆ। ਮੈਂ ਕੱਲ ਹੀ ਜਾ ਕੇ ਆਈ ਹਾਂ ਹਜੇ। ਅਸੀਂ ਮਤਲਬ ਚਿੱਕੜ 'ਚੋਂ ਮੈਂ ਕਹਿੰਦੀ ਹਾਂ ਕਿ ਗੱਡੀਆਂ ਨਿਕਲਣਾ ਵੀ ਮੁਸ਼ਕਿਲ ਨੇ, ਤੁਰ ਕੇ ਤਾਂ ਲੋਕ ਪਤਾ ਹੀ ਨਹੀਂ ਕਿਵੇਂ ਜਾਂਦੇ ਹੋਣੇ ਆ ਵਿਚਾਰੇ। ਤੇ ਲੇਡੀਜ਼ ਵਿਚਾਰੀਆਂ ਲਿਟਰਲੀ ਰੋ ਰਹੀਆਂ ਸੀ। ਉਹ ਕਹਿੰਦੀਆਂ ਕਿ ਸਾਨੂੰ ਕੋਈ ਰਾਤ ਨੂੰ ਐਮਰਜੈਂਸੀ ਪੈ ਜਾਵੇ, ਕੋਈ ਕਿਸੇ ਦੇ ਪੇਨ ਹੋ ਜਾਵੇ, ਕੁਝ ਵੀ ਹੋ ਜਾਵੇ, ਸਾਡੇ ਕੋਲ ਆਪਸ਼ਨ ਹੀ ਨਹੀਂ ਕੋਈ, ਅਸੀਂ ਹਸਪੀਟਲ ਤੱਕ ਨਹੀਂ ਪਹੁੰਚ ਸਕਦੇ। ਤੁਸੀਂ ਇਲਜ਼ਾਮ ਤੇ ਇਲਜ਼ਾਮ ਲਾ ਰਹੇ ਹੋ ਗੁਰਕੀਰਤ ਸਿੰਘ ਕੋਟਲੀ ਤੇ ਕਿ ਡਿਵੈਲਪਮੈਂਟ ਨਹੀਂ ਕਰਾਈ, ਪੈਸੇ ਜੇਬਾਂ 'ਚ ਪਾ ਲਏ, ਪਰ ਤੁਹਾਡੇ ਕੋਲ ਸਬੂਤ ਨੇ ਇਸ ਚੀਜ਼ ਦੇ? ਤੁਸੀਂ ਨਾ ਪਹਿਲਾਂ ਰੇੜੀ ਵਾਲੇ ਨੇ ਨਾ, ਰੇੜੀ ਵਾਲਿਆਂ ਨੂੰ ਪੁੱਛਿਓ, ਉਹਨਾਂ ਰੇੜੀ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ। ਜਦੋਂ ਤੁਸੀਂ ਲੋਕਾਂ 'ਚ ਜਾਂਦੇ ਹੋ, ਗਲੀ ਗਲੀ ਘੁੰਮਦੇ ਹੋ, ਲੋਕਾਂ ਤੱਕ ਪਹੁੰਚ ਕਰਦੇ ਹੋ, ਮੁੱਖ ਮੁੱਦੇ ਕੀ ਕਹਿੰਦੇ ਨੇ ਲੋਕ ਕਿ ਅਸੀਂ ਇਸ ਗੱਲੋਂ ਤੰਗ ਆ? ਨਾ ਤਾਂ ਸਫਾਈ ਹੋਈ ਹੈ, ਇੱਥੇ ਬੁਰਾ ਹਾਲ ਹੈ, ਸਫਾਈ ਦੇ ਬੜੇ ਬੜੇ ਢੇਰ ਲੱਗੇ ਪਏ ਨੇ ਕੂੜੇ ਦੇ, ਇੱਥੇ ਸਫਾਈ ਨਹੀਂ ਹੈ। ਸਟ੍ਰੇ ਡੌਗਸ, ਐਨੀਮਲਸ, ਉਹ ਦੇਖ ਲਓ, ਪਤਾ ਹੀ ਨਹੀਂ ਤੁਹਾਨੂੰ ਆਲ ਆਫ ਅ ਸਡਨ ਕਦੋਂ ਤੁਹਾਡੀ ਕਾਰ ਅੱਗੇ ਆ ਜਾਣੇ ਨੇ। ਤੇ ਉਸ ਤੋਂ ਬਾਅਦ ਪਾਰਕਿੰਗ ਦਾ ਇਸ਼ੂ ਆ, ਸੀਵਰੇਜ ਦਾ। ਹੁਣ ਤਾਂ ਜਦੋਂ ਦਾ ਮੀਂਹ ਪੈ ਰਿਹਾ ਸਾਰੇ ਸ਼ਹਿਰ 'ਚ ਪਾਣੀ ਖੜਾ, ਨਿਕਲਣਾ ਮੁਸ਼ਕਿਲ ਹੋਇਆ ਪਿਆ। ਕੋਰੋਨਾ ਦਾ ਕਾਲ ਸੀਗਾ ਤਾਂ ਲੋਕ ਬਹੁਤ ਪਰੇਸ਼ਾਨ ਹੋ ਗਏ, ਘਰਾਂ ਦੇ ਵਿੱਚ ਬੈਠ ਕੇ ਬਿਮਾਰੀ ਇੰਨੀ ਫੈਲ ਗਈ ਕਿ ਰੋਟੀ ਦੇ ਵੀ ਮੁਤਾਜ ਹੋ ਗਏ। ਜਿਹੜੇ ਲੋਕ, ਕੋਈ ਗਰੀਬ ਸੀਗਾ, ਰੇਹੜੀ ਫੜੀ ਲਾਉਂਦਾ ਸੀ, ਕਿੰਨਾ ਕੁ ਉਸ ਟਾਈਮ ਦੇ ਦੌਰਾਨ ਤੁਸੀਂ ਸੇਵਾ ਕੀਤੀ, ਕਿੰਨੀ ਕੁ ਸਰਕਾਰ ਦੇ ਵੱਲੋਂ ਖਾਸ ਕਰ ਗੁਰਕੀਰਤ ਕੋਟਲੀ ਵੱਲੋਂ ਲੋਕਾਂ ਦੀ ਬਾਹ ਫੜੀ ਗਈ? ਗੁਰਕੀਰਤ ਸਿੰਘ ਕੋਟਲੀ ਤੀਜਾ ਦੀ ਉਹ ਤਾਂ ਦੇਖਣ ਨੂੰ ਮਿਲਿਆ ਹੀ ਨਹੀਂ। ਉਹਨਾਂ ਕੋਲ ਤਾਂ ਐਕਸਕਿਊਜ਼ ਸੀ, ਉਹ ਕਹਿੰਦੇ ਮੈਨੂੰ ਪਾਸ ਨਹੀਂ ਮਿਲਿਆ। ਇਹ ਕੀ ਕਹਿ ਰਹੇ ਹੋ ਤੁਸੀਂ? ਮਤਲਬ ਤੁਸੀਂ ਕੈਨ ਯੂ ਬਿਲੀਵ ਕਿ ਬੰਦਾ ਕਵੇ ਕਿ ਇੱਕ ਐਮਐਲਏ ਕਵੇ ਕਿ ਮੈਨੂੰ ਪਾਸ ਨਹੀਂ ਮਿਲਦਾ ਚੰਡੀਗੜ੍ਹੋਂ ਇੱਥੇ ਆਉਣ ਲਈ, ਤੇ ਜਦੋਂ ਇਹਨਾਂ ਨੇ ਜਾਲੀ ਸ਼ਰਾਬ ਦੀ ਫੈਕਟਰੀ ਲਾਈ ਆ ਫਿਰ ਪਾਸ ਕਿੱਥੋਂ ਆ ਗਈ ਸੀ ਇਹਨਾਂ ਕੋਲ? ਇਕਬਾਲ ਸਿੰਘ ਚੰਨੀ ਵੱਡਾ ਨਾਮ ਸੀਗਾ ਅਕਾਲੀ ਦਲ ਦਾ, ਉਹ ਵੀ ਤੁਹਾਡੇ ਨਾਲ ਨਹੀਂ, ਕਈ ਲੀਡਰ ਛੱਡ ਗਏ ਪਾਰਟੀ ਨੂੰ, ਜਾਂ ਤੁਹਾਨੂੰ ਕਿੰਨਾ ਨੁਕਸਾਨ ਹੈਗਾ ਇਸ ਗੱਲ ਦਾ? ਦੇਖੋ ਜੀ, ਨੁਕਸਾਨ ਤਾਂ ਮੈਂ ਕਹੂੰਗੀ ਉਹਨਾਂ ਦਾ ਹੈ, ਕਿਉਂਕਿ ਤੁਸੀਂ ਪਾਰਟੀ ਦੇ ਇੰਨੀ ਦੇਰ ਹੋ ਗਈ, ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ। ਬਟ ਇਹ ਥੋੜੀ ਹੁੰਦਾ ਕਿ ਤੁਸੀਂ ਹੁਣ ਅਗਰ ਪਾਰਟੀ ਵੀ ਕੋਈ ਸਰਵੇ ਕਰਕੇ ਕੁਝ ਦੇਖ ਕੇ ਟਿਕਟ ਦਿੰਦੀ ਆ ਨਾ, ਐਦਾਂ ਨਹੀਂ ਨਾ ਹੁੰਦਾ ਕਿ ਹੁਣ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਪਾਰਟੀ ਛੱਡ ਕੇ ਕਿਤੇ ਹੋਰ ਚਲੇ ਜਾਓ। ਆਮ ਆਦਮੀ ਪਾਰਟੀ ਨੂੰ ਕਿੱਥੇ ਖੜਾ ਦੇਖਦੇ ਹੋ? ਆਮ ਆਦਮੀ ਪਾਰਟੀ ਕਹਿ ਰਹੀ ਕਿ ਇੱਕ ਮੌਕਾ ਕੇਜਰੀਵਾਲ ਨੂੰ, ਇਸ ਵਾਰ ਸਾਨੂੰ ਵੋਟਾਂ ਪਾਓ। ਕਿਸ ਬੇਸ ਤੇ ਕਹਿ ਰਹੇ ਨੇ ਉਹ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਨਾ। ਕੇਜਰੀਵਾਲ ਪਹਿਲਾਂ ਉਹ ਦੇਖਣ ਦਿੱਲੀ 'ਚ ਕੀ ਕੀਤਾ ਉਹਨਾਂ ਨੇ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅੱਜ ਅਸੀਂ ਪਹੁੰਚੇ ਹਾਂ ਖੰਨਾ ਵਿਧਾਨ ਸਭਾ ਸੀਟ ਹੌਟ ਸੀਟ ਹੈ। ਇੱਥੋਂ ਕਾਂਗਰਸ ਪਾਰਟੀ ਤੋਂ ਗੁਰਕੀਰਤ ਸਿੰਘ ਕੋਟਲੀ ਨੇ, ਜਦਕਿ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਜਸਦੀਪ ਕੌਰ ਜਾਦੂ ਨੇ। ਤੇ ਜਸਦੀਪ ਕੌਰ ਜਾਦੂ ਅੱਜ ਸਾਡੇ ਨਾਲ ਨੇ। ਮੈਮ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਵਾਰ ਮੁਕਾਬਲਾ ਜਿਹੜਾ ਹੈ ਉਹ ਕਾਫੀ ਦਿਲਚਸਪ ਹੋਣ ਵਾਲਾ ਹੈ ਤੇ ਸਖਤ ਹੋਣ ਵਾਲਾ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? 2 ਵਾਰ ਦੇ ਵਿਧਾਇਕ ਨੇ ਗੁਰਕੀਰਤ ਸਿੰਘ ਕੋਟਲੀ, ਮੰਤਰੀ ਵੀ ਨੇ, ਤੇ ਤੁਸੀਂ ਪਹਿਲੀ ਵਾਰ ਇਸ ਵਾਰ ਵਿਧਾਇਕ ਵਜੋਂ ਕੰਟੈਸਟ ਕਰ ਰਹੇ ਹੋ, ਲੋਕਾਂ 'ਚ ਜਾ ਰਹੇ ਹੋ। ਕਿਵੇਂ ਦਾ ਹੁੰਗਾਰਾ ਮਿਲ ਰਿਹਾ? ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ। ਔਰ ਮੈਂ ਕਹੂੰਗੀ ਕਿ ਮੁਕਾਬਲਾ ਕਿਸੇ ਨਾਲ ਨਹੀਂ ਹੈ ਮੇਰਾ ਜੀ, ਕਿਉਂਕਿ ਸਾਨੂੰ ਵਿਸ਼ਵਾਸ ਹੈ ਆਪਣੇ ਕੰਮਾਂ ਤੇ। 17-18 ਸਾਲ ਹੋ ਗਏ ਲੋਕਾਂ ਦੀ ਸੇਵਾ ਕਰ ਰਹੇ ਹਾਂ, ਆਪਣੇ ਕੰਮਾਂ ਤੇ ਆਪਣੇ ਵਰਕਰਸ ਤੇ ਬਹੁਤ ਵਿਸ਼ਵਾਸ ਹੈ। ਲੋਕਾਂ ਦਾ ਪਿਆਰ ਮਿਲ ਰਿਹਾ ਜਦੋਂ ਜਾਂਦੇ ਹੋ? ਬਜ਼ੁਰਗ ਔਰਤਾਂ ਮਿਲਦੀਆਂ ਨੇ, ਭੈਣਾਂ ਮਿਲਦੀਆਂ ਨੇ, ਹੋਰ ਬਹੁਤ ਸਾਰੇ ਲੋਕ ਮਿਲਦੇ ਨੇ? ਬਹੁਤ ਜ਼ਿਆਦਾ, ਬਹੁਤ ਉਤਸ਼ਾਹ ਹੈ ਸਾਰਿਆਂ 'ਚ, ਬੜੇ ਪਿਆਰ ਨਾਲ ਮਿਲਦੇ ਆ ਸਾਰੇ। ਹਾਂਜੀ। ਅੱਛਾ, ਤੁਸੀਂ ਜਦੋਂ ਸਿਆਸਤ ਦੀ ਗੱਲ ਕਰਦੇ ਹੋ ਤਾਂ ਕਈ ਵਾਰ ਹੁੰਦਾ ਹੈ ਕਿ ਔਰਤਾਂ ਜ਼ਿਆਦਾ ਅੱਗੇ ਨਹੀਂ ਆਉਂਦੀਆਂ ਹੈਗੀਆਂ। ਤੁਸੀਂ ਐਮਸੀ ਵੀ ਹੋ ਮੈਨੂੰ ਲੱਗਦਾ 2 ਵਾਰ ਦੇ। ਹਾਂਜੀ ਹਾਂਜੀ। ਕਦੋਂ ਸਟਾਰਟ ਕੀਤਾ ਤੁਸੀਂ ਸਿਆਸਤ ਦੇ ਨਾਲ ਸਫ਼ਰ? ਮੇਰੀ ਸੈਕਿੰਡ ਟਰਮ ਹੈ ਇਹ ਐਮਸੀ। ਮੈਂ ਸੈਕਿੰਡ ਟਰਮ ਦੂਸਰੀ ਵਾਰ ਬਣੀ ਹਾਂ ਐਮਸੀ, ਮਿਊਨਿਸਪਲ ਕਮੇਟੀ ਦੀ ਮੈਂਬਰ ਹਾਂ ਮੈਂ। ਅੱਛਾ। ਹਾਂਜੀ। ਤੇ ਕੀ ਲੱਗਦਾ ਕੀ ਹੈ ਕਿ ਖੰਨੇ ਨੂੰ ਜ਼ਰੂਰਤ ਕੀ ਹੈਗੀ ਹੈ? ਜਿਹੜੀਆਂ ਜ਼ਰੂਰਤਾਂ ਪਿਛਲੇ 10 ਸਾਲਾਂ 'ਚ ਨਹੀਂ ਪੂਰੀਆਂ ਹੋਈਆਂ, ਕਿਹੜੀਆਂ ਅਜਿਹੀਆਂ ਜ਼ਰੂਰਤਾਂ ਨੇ, ਕਿਹੜੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਫੁੱਲਫਿਲ ਨਹੀਂ ਕਰ ਸਕੇ ਕੋਟਲੀ? ਕੋਈ ਹੈ ਹੀ ਨਹੀਂ ਜਿਹੜਾ ਫੁੱਲਫਿਲ ਕੀਤਾ ਹੋਵੇ। ਅੱਛਾ। हाँ जी बिल्कुल, मतलब कोई एक चीज़ तो हो जी आप कहते हैं कि ये चीज़ उन्होंने की है।
ਸਾਡਾ ਮੋਟਿਵ ਇਹੀ ਹੈ ਅੱਗੇ ਆਉਣ ਦਾ, ਕੋਈ ਆਪਾਂ ਨੂੰ ਲਾਲਚ ਨਹੀਂ ਹੈ, ਸਿਰਫ ਇਹ ਹੈ ਕਿ ਲੋਕਾਂ ਨੂੰ ਵਾਕਈ ਕਰਕੇ ਦਿਖਾਉਣਾ। 2 ਮਹੀਨੇ ਹੋ ਗਏ, 2 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਸਾਨੂੰ ਲੋਕਾਂ 'ਚ ਵਿਚਰਦੇ ਹਾਂ, ਤੇ ਉਹਨਾਂ ਦਾ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਕਰਦਾ। ਉਹੀ ਕਹਿੰਦੇ ਨੇ ਕਿ ਨਹੀਂ ਜੀ ਸਾਰੇ ਆਉਂਦੇ ਨੇ, ਸਾਰੇ ਚਲੇ ਜਾਂਦੇ ਨੇ, ਕਿ ਗੁਰਕੀਰਤ ਸਿੰਘ ਕੋਟਲੀ ਨੇ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਸਾਡੇ ਨਾਲ, ਇੱਕ ਵੀ ਪੂਰਾ ਨਹੀਂ ਕੀਤਾ, ਤੇ ਅਸੀਂ ਉਹ ਚੀਜ਼ ਕਰਕੇ ਦਿਖਾਉਣੀ ਆ। ਅੱਛਾ, ਕਾਂਗਰਸ ਜਦੋਂ ਸੱਤਾ 'ਚ ਆਈ, ਕੈਪਟਨ ਅਮਰਿੰਦਰ ਸਿੰਘ ਆਏ, ਗੁਰਕੀਰਤ ਸਿੰਘ ਕੋਟਲੀ ਹੋਰਾਂ ਨੇ ਇੱਥੇ ਭਰਤੇ ਕਿ ਇਸ ਵਾਰ ਕੈਪਟਨ ਦੀ ਸਰਕਾਰ, ਤੇ ਹੁਣ ਉਹੀ ਕੈਪਟਨ ਬਾਹਰ ਹੋ ਗਏ ਨੇ, ਕੀ ਕਹਿਣਾ ਚਾਹੁੰਦੇ ਹੋ ਇਸ ਤੇ? ਉਹੀ ਤਾਂ ਗੱਲ ਹੈ ਨਾ, ਉਹਨਾਂ ਨੇ ਆਪਣੇ ਕੈਪਟਨ ਹੀ ਰਿਪਲੇਸ ਕਰਕੇ ਰੱਖਤਾ, ਤੇ ਇਹਨਾਂ 'ਚ ਮੀਨਸ ਮੈਜੋਰਿਟੀ ਤਾਂ ਕੋਈ ਹੈ ਹੀ ਨਹੀਂ ਨਾ, ਆਪਣੀ ਆਪਣੀ ਪਈ ਹੈ ਸਾਰਿਆਂ ਨੂੰ ਆਪਣਾ, ਮੀਨਸ ਕੋਈ ਮਤਲਬ ਹੁੰਦਾ ਨਾ ਕਿ ਤੁਸੀਂ ਇੱਕ ਮੁੱਠ ਹੋ ਕੇ ਚੱਲਦੇ ਹੋ, ਇਹ ਚੀਜ਼ ਤਾਂ ਹੈ ਹੀ ਨਹੀਂ ਉਹਨਾਂ 'ਚ। ਅੱਛਾ, ਜਿਸ ਢੰਗ ਦੇ ਨਾਲ ਜੇ ਖੰਨਾ ਤੇ ਆਈਏ, ਆਪਾਂ ਖੰਨੇ ਤੇ ਆਈਏ, ਇੱਥੇ ਜਿਹੜੇ ਲਾਈਨੋਂ ਪਾਰ ਦੀ ਪ੍ਰੋਬਲਮ ਸੀਗੀ, ਸੀਵਰੇਜ ਦੀ ਪ੍ਰੋਬਲਮ ਸੀਗੀ, ਜਾਂ ਹੋਰ ਹੱਲ ਹੋਈਆਂ ਨੇ? ਕੋਈ ਵੀ ਨਹੀਂ ਹੱਲ ਹੋਈ ਜੀ। ਲਾਈਨੋਂ ਪਾਰ ਤਾਂ ਲੋਕੀ ਵਿਚਾਰੇ ਨਰਕ 'ਚ ਰਹਿ ਰਹੇ ਨੇ, ਇੰਨਾ ਬੁਰਾ ਹਾਲ ਆ। ਮੈਂ ਕੱਲ ਹੀ ਜਾ ਕੇ ਆਈ ਹਾਂ ਹਜੇ, ਅਸੀਂ ਮਤਲਬ ਚਿੱਕੜ 'ਚੋਂ, ਮੈਂ ਕਹਿੰਦੀ ਹਾਂ ਕਿ ਗੱਡੀਆਂ ਨਿਕਲਣਾ ਵੀ ਮੁਸ਼ਕਿਲ ਨੇ, ਤੁਰ ਕੇ ਤਾਂ ਲੋਕ ਪਤਾ ਹੀ ਨਹੀਂ ਕਿਵੇਂ ਜਾਂਦੇ ਹੋਣੇ ਆ ਵਿਚਾਰੇ, ਤੇ ਲੇਡੀਜ਼ ਵਿਚਾਰੀਆਂ ਲਿਟਰਲੀ ਰੋ ਰਹੀਆਂ ਸੀ। ਉਹ ਕਹਿੰਦੀਆਂ ਕਿ ਸਾਨੂੰ ਕੋਈ ਰਾਤ ਨੂੰ ਐਮਰਜੈਂਸੀ ਪੈ ਜਾਵੇ, ਕੋਈ ਕਿਸੇ ਦੇ ਪੇਨ ਹੋ ਜਾਵੇ, ਕੁਝ ਵੀ ਹੋ ਜਾਵੇ, ਸਾਡੇ ਕੋਲ ਆਪਸ਼ਨ ਹੀ ਨਹੀਂ ਕੋਈ, ਅਸੀਂ ਹਸਪੀਟਲ ਤੱਕ ਨਹੀਂ ਪਹੁੰਚ ਸਕਦੇ। ਕੀ ਲੱਗਦਾ ਕਿ ਕਿਉਂ ਨਹੀਂ ਉਹਨਾਂ ਦੀ ਸੁਣੀ ਗਈ ਇੰਨੇ ਸਾਲਾਂ ਦੇ ਵਿੱਚ? ਕਿਉਂਕਿ ਉਹ ਪੈਸੇ ਸਾਰੀਆਂ ਉਹਨਾਂ ਦੀ ਜੇਬਾਂ 'ਚ ਆਉਂਦੇ ਨੇ। ਤੁਸੀਂ ਇਹ ਦੇਖੋ, ਪਿੱਛੇ ਜੇ ਯਾਦੂ ਜੀ ਨੇ ਧਰਨਾ ਲਗਾਇਆ ਸੀ ਲਲਹੇੜੀ ਰੋਡ ਤੇ ਉੱਥੇ ਐਮਐਲਏ ਸਾਹਿਬ ਆਪਣੇ ਗੁਰਕੀਰਤ ਸਿੰਘ ਕੋਟਲੀ ਨੇ, ਉਹ ਕਹਿੰਦੇ ਸੀ ਕਿ ਮੈਂ ਠੇਕੇਦਾਰ ਦੀ ਮਿਹਨਤ ਕਰੂੰਗਾ। ਤੁਸੀਂ ਆਪਣੇ ਆਪ ਸੋਚੋ ਕਿ ਇੱਕ ਮੰਤਰੀ ਹੋਵੇ ਤੇ ਉਹ ਕਵੇ ਵੀ ਮੈਂ ਠੇਕੇਦਾਰ ਦੀ ਮਿਹਨਤ ਕਰੂੰਗਾ। ਮਿਹਨਤ ਆਪਾਂ ਕਿਉਂ ਕਰਦੇ ਹਾਂ? ਆਪਾਂ ਕਿਸੇ ਚੀਜ਼ ਤੋਂ ਕਾਣੇ ਹੁੰਦੇ ਹਾਂ। ਜਦੋਂ ਤੁਸੀਂ ਆਲਰੇਡੀ ਆਪਣਾ ਕਮਿਸ਼ਨ ਲੈ ਚੁੱਕੇ ਹੋ, ਫਿਰ ਤੁਸੀਂ ਕਹਿੰਦੇ ਹੋ ਮੈਂ ਮਿਹਨਤ ਕਰੂੰਗਾ। ਇਹ ਭ੍ਰਿਸ਼ਟਾਚਾਰ ਕਿਉਂ ਫੈਲਿਆ ਇਹਨਾਂ, ਤੁਹਾਨੂੰ ਕੀ ਲੱਗਦਾ? ਦੇਖੋ ਜੀ, ਜਦੋਂ ਤੁਸੀਂ ਆਲਵੇਜ਼ ਉਹਨਾਂ ਨੇ ਆਪਣਾ ਹੀ ਸੋਚਣਾ, ਆਪਣੇ ਬਾਰੇ ਹੀ ਸੋਚਣਾ। ਜਿੰਨੇ ਵੀ ਪੈਸੇ ਆਏ ਸੀ ਅੰਮ੍ਰਿਤ ਸਕੀਮ ਵੱਲੋਂ, ਤੁਸੀਂ ਇਹ ਦੇਖੋ ਵੀ 2016 ਦੇ ਵਿੱਚ 170 ਕਰੋੜ ਆਏ ਸੀਗੇ ਸੀਵਰੇਜ ਵਾਸਤੇ, ਉਹ ਸਾਰੇ ਪੈਸੇ ਕਿੱਥੇ ਗਏ? ਹੁਣ ਤੱਕ ਲੱਗੇ ਨਹੀਂ ਹੈ। ਤੁਸੀਂ ਸ਼ਹਿਰ ਦਾ ਹਾਲ ਦੇਖੋ, ਜਾ ਕੇ ਪੱਟ ਕੇ ਸਿੱਟਦਾ ਸਾਰਾ। ਜਦੋਂ ਤੁਸੀਂ ਲੋਕਾਂ 'ਚ ਜਾਂਦੇ ਹੋ, ਗਲੀ ਗਲੀ ਘੁੰਮਦੇ ਹੋ, ਲੋਕਾਂ ਤੱਕ ਪਹੁੰਚ ਕਰਦੇ ਹੋ, ਮੁੱਖ ਮੁੱਦੇ ਕੀ ਕਹਿੰਦੇ ਨੇ ਲੋਕ ਕਿ ਅਸੀਂ ਇਸ ਗੱਲੋਂ ਤੰਗ ਆ? ਹਰ ਗੱਲੋਂ ਹੀ ਤੰਗ ਨੇ ਜੀ। ਦੇਖੋ, ਉਹ ਕਹਿੰਦੇ ਕਿ ਨਾ ਤਾਂ ਸਾਡੇ ਮਤਲਬ ਸਾਡੇ ਕੀ, ਮੈਂ ਕਹੂੰਗੀ ਵੀ ਮੇਰਾ ਹੀ ਸ਼ਹਿਰ ਆ ਇਹ, ਮੈਂ ਵੀ ਇੱਥੇ ਹੀ ਰਹਿੰਦੀ ਹਾਂ, ਨਾ ਤਾਂ ਸਫਾਈ ਹੋਈ ਹੈ ਇੱਥੇ, ਬੁਰਾ ਹਾਲ ਹੈ। ਸਫਾਈ ਦੇ ਬੜੇ ਬੜੇ ਢੇਰ ਲੱਗੇ ਪਏ ਨੇ ਕੂੜੇ ਦੇ, ਇੱਥੇ ਸਫਾਈ ਨਹੀਂ ਹੈ। ਸਟ੍ਰੇ ਡੌਗਸ, ਐਨੀਮਲਸ, ਉਹ ਦੇਖ ਲਓ, ਪਤਾ ਹੀ ਨਹੀਂ ਤੁਹਾਨੂੰ ਆਲ ਆਫ ਅ ਸਡਨ ਕਦੋਂ ਤੁਹਾਡੀ ਕਾਰ ਅੱਗੇ ਆ ਜਾਣੇ ਨੇ। ਤੇ ਉਸ ਤੋਂ ਬਾਅਦ ਪਾਰਕਿੰਗ ਦਾ ਇਸ਼ੂ ਆ, ਸੀਵਰੇਜ ਦਾ। ਹੁਣ ਤਾਂ ਜਦੋਂ ਦਾ ਮੀਂਹ ਪੈ ਰਿਹਾ, ਸਾਰੇ ਸ਼ਹਿਰ 'ਚ ਪਾਣੀ ਖੜਾ, ਨਿਕਲਣਾ ਮੁਸ਼ਕਿਲ ਹੋਇਆ ਪਿਆ। ਕੋਰੋਨਾ ਦਾ ਕਾਲ ਸੀਗਾ ਤਾਂ ਲੋਕ ਬਹੁਤ ਪਰੇਸ਼ਾਨ ਹੋ ਗਏ, ਘਰਾਂ ਦੇ ਵਿੱਚ ਬੈਠ ਗਏ, ਬਿਮਾਰੀ ਇੰਨੀ ਫੈਲ ਗਈ ਕਿ ਰੋਟੀ ਦੇ ਵੀ ਮੁਤਾਜ ਹੋ ਗਏ। ਜਿਹੜੇ ਲੋਕ, ਕੋਈ ਗਰੀਬ ਸੀਗਾ, ਰੇਹੜੀ ਫੜੀ ਲਾਉਂਦਾ ਸੀ, ਕਿੰਨਾ ਕੁ ਉਸ ਟਾਈਮ ਦੇ ਦੌਰਾਨ ਤੁਸੀਂ ਸੇਵਾ ਕੀਤੀ, ਕਿੰਨੀ ਕੁ ਸਰਕਾਰ ਦੇ ਵੱਲੋਂ, ਖਾਸ ਕਰ ਗੁਰਕੀਰਤ ਕੋਟਲੀ ਵੱਲੋਂ ਲੋਕਾਂ ਦੀ ਬਾਂਹ ਫੜੀ ਗਈ? ਗੁਰਕੀਰਤ ਸਿੰਘ ਕੋਟਲੀ ਤੀਜਾ ਦੀ ਉਹ ਤਾਂ ਦੇਖਣ ਨੂੰ ਮਿਲੇ ਹੀ ਨਹੀਂ। ਉਹਨਾਂ ਕੋਲ ਤਾਂ ਐਕਸਕਿਊਜ਼ ਸੀ, ਉਹ ਕਹਿੰਦੇ ਮੈਨੂੰ ਪਾਸ ਨਹੀਂ ਮਿਲਿਆ। ਇਹ ਕੀ ਕਹਿ ਰਹੇ ਹੋ ਤੁਸੀਂ? ਮਤਲਬ ਤੁਸੀਂ ਕੈਨ ਯੂ ਬਿਲੀਵ ਕਿ ਬੰਦਾ ਕਵੇ ਕਿ ਇੱਕ ਐਮਐਲਏ ਕਵੇ ਕਿ ਮੈਨੂੰ ਪਾਸ ਨਹੀਂ ਮਿਲਦਾ ਚੰਡੀਗੜ੍ਹੋਂ ਇੱਥੇ ਆਉਣ ਲਈ, ਤੇ ਜਦੋਂ ਇਹਨਾਂ ਨੇ ਜਾਲੀ ਸ਼ਰਾਬ ਦੀ ਫੈਕਟਰੀ ਲਾਈ ਆ, ਫਿਰ ਪਾਸ ਕਿੱਥੋਂ ਆ ਗਈ ਸੀ ਇਹਨਾਂ ਕੋਲ? ਉਹ ਚੀਜ਼ ਚੱਲ ਰਹੀ ਸੀ ਕਰੋਨਾ 'ਚ, ਪਰ ਲੋਕਾਂ ਦਾ ਹਾਲ ਨਹੀਂ ਕਿਸੇ ਨੇ ਪੁੱਛਿਆ ਆ ਕੇ। ਬਟ ਯਾਦੂ ਜੀ ਇੱਕ ਦਿਨ ਵੀ ਘਰ ਨਹੀਂ ਬੈਠੇ। ਤੁਸੀਂ ਦੇਖੋ ਵੀ 2 ਮਹੀਨੇ ਤਾਂ ਅਸੀਂ ਆਪਣੇ ਘਰੋਂ, ਗੁਰਦੁਆਰਿਆਂ 'ਚ, ਮਤਲਬ ਆਪਣੇ ਘਰੋਂ, ਆਪਣੀ ਪੋਕਟ 'ਚੋਂ ਉੱਥੇ ਲੰਗਰ ਲਾਏ, ਘਰ ਘਰ ਜਾ ਕੇ ਯਾਦੂ ਜੀ ਦਰਵਾਜ਼ੇ ਖੜਕਾ ਕੇ ਲੋਕਾਂ ਨੂੰ ਲੰਗਰ ਦਿੰਦੇ ਹੁੰਦੇ ਸੀਗੇ। ਅੱਛਾ, ਜਿਹੜੀਆਂ ਸਕੀਮਸ ਸੀਗੀਆਂ, ਖਾਸ ਕਰ ਘਰ ਘਰ ਨੌਕਰੀ ਕਹਿੰਦੇ ਸੀਗੇ, ਘਰ ਘਰ ਰੁਜ਼ਗਾਰ ਦੇਵਾਂਗੇ। ਜਦੋਂ ਲੋਕਾਂ ਦੇ ਜਵਾਨ ਪੁੱਤ ਦੇਖਦੇ ਹੋ, ਪੜ੍ਹੇ ਲਿਖੇ, ਕੋਈ MA B.Ed, ਤੁਸੀਂ ਦੇਖਿਆ ਕਿ ਤੁਹਾਡੇ ਪਿੱਛੇ ਖੰਨਾ ਦੇ ਵਿੱਚ ਹਾਈਵੇ 'ਤੇ ਜਾਮ ਕਰਤਾ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਹੈਗੇ, ਨੌਕਰੀਆਂ ਨਹੀਂ ਮਿਲੀਆਂ, ਰੁਜ਼ਗਾਰ ਨਹੀਂ ਮਿਲਿਆ, ਇਹਨਾਂ ਨੇ ਪੜ੍ਹ ਕੇ। ਕੀ ਜੇ ਤੁਸੀਂ ਵਿਧਾਇਕ ਬਣਦੇ ਹੋ, ਤੁਹਾਡੀ ਸਰਕਾਰ ਆਉਂਦੀ ਹੈ, ਇਹ ਮੁੱਦੇ ਚੁੱਕੋਗੇ? ਬਿਲਕੁਲ ਜੀ, ਬਿਲਕੁਲ। ਪੂਰੇ ਵੀ ਕਰਾਉਂਗੇ? ਬਿਲਕੁਲ ਕਰਾਵਾਂਗੇ। ਅਸੀਂ ਇੱਕ ਵੀ ਚੀਜ਼ ਐਵੇਂ ਦੀ ਨਹੀਂ ਕਹਿਣੀ ਜਿਹੜੀ ਅਸੀਂ ਨਾ ਕਰਾ ਸਕੀਏ। ਮੈਂ ਤਾਂ ਇਹ ਕਹੂੰਗੀ ਵੀ ਅਸੀਂ ਵੱਧ ਬੇਸ਼ੱਕ ਕਰਾ ਦਈਏ, ਕੋਈ ਵੀ ਚੀਜ਼ ਐਵੇਂ ਨਹੀਂ ਹੋ, ਇੱਕ ਵੀ ਪ੍ਰੋਮਿਸ ਜਿਹੜਾ ਅਸੀਂ ਕਰਤਾ ਤੇ ਅਸੀਂ ਪੂਰਾ ਨਾ ਕਰੀਏ। ਕਿਉਂਕਿ ਤੁਸੀਂ ਆਪ ਇੱਕ ਯੰਗ ਲੇਡੀ ਹੋ ਤੇ ਜ਼ਿਆਦਾ ਬਹੁਤ ਰਿਲੇਟ ਕਰਦੇ ਹੋ ਜਦੋਂ ਹੋਰ ਕੁੜੀਆਂ ਨੂੰ ਤੁਸੀਂ ਦੇਖਦੇ ਹੋਣੇ, ਪੜ੍ਹ ਲਿਖ ਕੇ ਉਹਨਾਂ ਨੂੰ ਆਸ ਹੁੰਦੀ ਹੈ ਉਹਦੇ ਮਾਪਿਆਂ ਨੂੰ ਕਿ ਹੁਣ ਸਾਡੀ ਧੀ ਪੜ੍ਹ ਗਈ ਜਾਂ ਸਾਡਾ ਹੁਣ ਪੁੱਤ ਪੜ੍ਹ ਗਿਆ, ਹੁਣ ਜ਼ਿੰਦਗੀ ਬਦਲ ਜੂਗੀ। ਬਿਲਕੁਲ ਦੁੱਖ ਤਾਂ ਲੱਗਦਾ ਹੀ ਆ। ਤੁਸੀਂ ਇਹ ਦੇਖੋ, MA B.Ed ਕਰਕੇ ਬੱਚੇ ਇੱਕ ਆਮ, ਮਤਲਬ ਜਿਵੇਂ ਸ਼ੌਪਸ ਦੇ ਉੱਤੇ ਕੰਮ ਕਰਦੇ ਨੇ, ਕੋਈ ਕੱਪੜੇ ਦੀ ਦੁਕਾਨ ਤੇ ਕੰਮ ਕਰ ਰਿਹਾ, ਕੋਈ ਕਿਤੇ ਕੰਮ ਕਰ ਰਿਹਾ, ਉਹਨਾਂ ਨੂੰ ਹਰਟ ਤਾਂ ਹੁੰਦਾ ਨਾ। ਨੌਕਰੀ ਤਾਂ MLA ਸਾਹਿਬ ਨੇ ਦਿੱਤੀ ਹੋਈ ਆ, ਤੁਹਾਨੂੰ ਪਤਾ ਹੀ, ਉਹਨਾਂ ਦੇ ਆਪਣੇ ਭਾਈ ਨੂੰ ਨੌਕਰੀ ਮਿਲੀ ਆ। ਖਾਸ ਕਰ ਕਈ ਹੋਰ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਉਹਨਾਂ ਨੇ ਆਪਣੇ ਬੰਦਿਆਂ ਨੂੰ, ਰਾਦਰ ਦੈਨ ਜਿਹੜਾ ਡਿਜ਼ਰਵ ਕਰਦਾ ਉਹਨੂੰ ਨਹੀਂ ਦਿੱਤੀ।
ਅੱਛਾ, ਜਿਸ ਢੰਗ ਦੇ ਨਾਲ ਤੁਸੀਂ ਹੋ ਇਸ ਵਾਰ, ਤਾਂ ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਯਾਦਵਿੰਦਰ ਸਿੰਘ ਯਾਦੂ ਤੇ ਤਾਂ ਕੇਸ ਚੱਲਦੇ ਨੇ ਤਾਂ ਨਹੀਂ ਉਹਨਾਂ ਨੂੰ ਟਿਕਟ ਦਿੱਤੀ। ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਫਿਰ ਕੀ ਜਵਾਬ ਦਿੰਦੇ ਹੋ ਤੁਸੀਂ? ਨਹੀਂ ਜੀ ਦੇਖੋ, ਇਹ ਤਾਂ ਆਪੋਜੀਸ਼ਨ ਵਾਲਿਆਂ ਨੇ ਆਪਣੀ ਐਕਸਕਿਊਜ਼ ਬਣਾਏ ਹੋਏ ਨੇ। ਯਾਦੂ ਜੀ 17-18 ਸਾਲ ਤੋਂ ਇਸ ਆਪਣੇ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ। 20 ਸਾਲ ਹੋ ਗਏ ਸਾਡੇ ਘਰ 'ਚ ਸਰਪੰਚੀ ਹੈ ਤੇ ਦੂਜੀ ਟਰਮ ਮੇਰੀ ਐਮਸੀ ਦੀ ਹੈ। ਅਗਰ ਐਵੇਂ ਦਾ ਕੋਈ ਹੁੰਦਾ ਤਾਂ ਦੂਜੀ ਵਾਰ ਕੋਈ ਖੜਨ ਨਹੀਂ ਦਿੰਦਾ ਹੁੰਦਾ। ਉਹ ਤਾਂ ਸਿਰਫ ਇੱਕ ਕਾਲਜ ਦੀਆਂ ਦੇਖੋ ਮਤਲਬ ਕਾਲਜ 'ਚ ਹੁੰਦਾ ਕਿ ਕੋਈ ਵੀ ਮਤਲਬ ਕਾਲਜ ਦਾ ਇਸ਼ੂ ਸੀਗਾ ਜਾਂ ਮਤਲਬ ਉਸ ਚੀਜ਼ ਨੂੰ ਲੈ ਕੇ ਉਹ ਹਾਈਲਾਈਟ ਕਰ ਰਹੇ ਨੇ। ਅੱਛਾ, ਤੁਸੀਂ ਤੁਹਾਡੇ ਹਸਬੈਂਡ ਨੇ ਯਾਦਵਿੰਦਰ ਸਿੰਘ ਯਾਦੂ, ਹੁਣ ਤੁਸੀਂ ਇਕੱਠੇ ਕੈਂਪੇਨ ਕਰਦੇ ਹੋ ਜਾਂ ਅਲੱਗ-ਅਲੱਗ ਵੀ ਕਰਦੇ ਹੋ, ਤਾਂ ਤੁਹਾਨੂੰ ਜਦੋਂ ਤੁਸੀਂ ਯਾਦਵਿੰਦਰ ਸਿੰਘ ਯਾਦੂ ਨੂੰ ਬਹੁਤ, ਕਿਉਂਕਿ ਤੁਸੀਂ ਉਹਦੇ ਵਾਈਫ ਹੋ, ਜਦੋਂ ਇਸ ਤਰ੍ਹਾਂ ਕੋਈ ਕਹਿੰਦਾ ਕਿ ਇਹ ਤਾਂ ਬਦਮਾਸ਼ੀ ਕਰਦਾ ਸੀ, ਪਾਸਟ ਹੈ ਜਿਹੜਾ, ਉਹ ਖਹਿੜਾ ਨਹੀਂ ਛੱਡਦਾ ਫਿਰ? ਨਹੀਂ ਜੀ, ਦੁੱਖ ਤਾਂ ਲੱਗਦਾ ਹੀ ਹੈ ਕਿਉਂਕਿ ਦੇਖੋ ਮੈਂ ਤਾਂ ਓਬਵੀਅਸਲੀ ਬੀਇੰਗ ਅ ਵਾਈਫ ਮੈਂ ਤਾਂ ਕਹੂੰਗੀ ਹੋਈ, ਬਟ ਉਹ ਤੁਸੀਂ ਵੀ ਮਿਲੋਗੇ ਨਾ, ਕੋਈ ਵੀ ਬੱਚਾ ਜਿਹੜਾ ਯਾਦੂ ਜੀ ਨੂੰ ਇੱਕ ਵਾਰ ਮਿਲ ਲਿਆ ਤੇ ਉਹ ਫੈਨ ਹੋ ਜਾਂਦਾ। ਲੱਗਦਾ ਨਹੀਂ ਅਸੀਂ ਵੀ ਜਦੋਂ ਸੋਚਦੇ ਹਾਂ, ਜਦੋਂ ਮਿਲਦੇ ਹਾਂ ਕਿ ਯਾਦੂ ਨਹੀਂ ਇਸ ਤਰ੍ਹਾਂ ਕਿਵੇਂ ਹੋ ਗਿਆ, ਮਤਲਬ ਉਸ ਕੋਈ ਸਿਚੁਏਸ਼ਨ ਸੀ, ਕੋਈ ਸਰਕਮਸਟੈਂਸਿਸ ਸੀ ਇਹ ਜਿਹੇ? ਦੇਖੋ ਜੀ, ਉਹਨਾਂ 'ਚ ਇੱਕ ਹੁੰਦਾ ਨਾ ਕਿ ਉਹ ਵੈਸੇ ਹੀ ਬਾਈ ਚਾਂਸ ਹੀ, ਕਾਲਜ 'ਚ ਲੜਾਈਆਂ ਤਾਂ ਹੁੰਦੀਆਂ ਨੇ, ਉਹ ਜਿਹੜੇ ਲੜਾਈ ਕਰਦੇ ਸੀ ਉਹ ਨਿਕਲ ਜਾਂਦੇ ਸੀਗੇ। ਬਾਈ ਚਾਂਸ ਹੁੰਦਾ ਨਾ ਕਿ ਤੁਸੀਂ ਬਾਈ ਚਾਂਸ ਹੀ ਤੁਹਾਡਾ ਇੱਕ ਨਾਮ ਫਸਿਆ ਜਾਂਦਾ ਵਿੱਚ ਵੀ ਕਿ ਚਲੋ ਬਹੁਤ ਵੈਰੀ ਨਾਈਸ, ਬਹੁਤ ਜ਼ਿਆਦਾ ਵੈਰੀ ਡਾਊਨ ਟੂ ਅਰਥ, ਔਰ ਤੁਸੀਂ ਇੱਕ ਵਾਰ ਮਿਲੋਗੇ ਤੁਹਾਨੂੰ ਆਪੇ ਪਤਾ ਚੱਲ ਜੂਗਾ। ਅੱਛਾ ਠੀਕ ਹੈ, ਤੁਸੀਂ 2 ਵਾਰ ਐਮਸੀ ਜਿੱਤੇ, ਤੁਸੀਂ ਕਿਹਾ ਵੀ ਸਰਪੰਚੀ ਜਿਹੜੀ ਆ, ਹੁਣ ਵਿਧਾਇਕ ਦੇ ਵਜੋਂ ਕੀ ਲੱਗਦਾ ਹੈ ਤੁਹਾਨੂੰ? ਹੁਣ ਰਿਸਪੌਂਸ ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ, ਬਹੁਤ ਉਤਸ਼ਾਹ ਲੋਕਾਂ 'ਚ। ਇਨਫੈਕਟ ਉਹ ਸਾਰੇ ਹੀ ਕਹਿੰਦੇ ਨੇ ਕਿ ਅਸੀਂ ਤਾਂ ਵੇਟ ਕਰ ਰਹੇ ਸੀ ਕਿ ਕਦੋਂ ਯਾਦੂ ਨੂੰ ਟਿਕਟ ਮਿਲੇ, ਕਦੋਂ ਤੁਸੀਂ ਅੱਗੇ ਆਓ ਤੇ ਸਾਡੇ ਸ਼ਹਿਰ ਦਾ ਸੁਧਾਰ ਹੋਵੇ। 14 ਫਰਵਰੀ ਆ ਰਹੀ ਹੈ, ਪਰ ਸਵਾਲ ਇਹਦੇ ਨਾਲ ਇਹ ਹੈ ਕਿ 14 ਫਰਵਰੀ ਨੂੰ ਤੁਹਾਡੇ ਨਾਮ ਤੇ ਜਾਂ ਤੱਕੜੀ ਤੇ ਮੋਹਰਾਂ ਕਿਉਂ ਲਾਉਣ, EVM ਦਾ ਬਟਨ ਕਿਉਂ ਦੱਬਣ? ਇਹ ਵਿਰੋਧੀ ਵੀ ਤੁਹਾਡੇ ਨੇ, ਆਮ ਆਦਮੀ ਪਾਰਟੀ ਵੀ ਹੈ, ਇਸ ਵਾਰ ਸੰਯੁਕਤ ਸਮਾਜ ਮੋਰਚਾ ਵੀ ਹੈ, ਭਾਜਪਾ ਵੀ ਹੈ, ਤੁਸੀਂ ਅਕਾਲੀ ਦਲ ਬਸਪਾ ਦੇ ਕੈਂਡੀਡੇਟ ਹੋ, ਤੁਹਾਨੂੰ ਕਿਉਂ ਚੁਣਨ ਲੋਕ? ਕਿਉਂਕਿ ਦੇਖੋ, ਅਗਰ ਤੁਸੀਂ ਕਿਸੇ ਸਹੀ ਬੰਦੇ ਨੂੰ ਚੁਣ ਕੇ ਅੱਗੇ ਲੈ ਕੇ ਆਓਗੇ ਤਾਂ ਹੀ ਉਹ ਤੁਹਾਡੇ ਲਈ ਕੁਝ ਕਰਕੇ ਦਿਖਾਊਗਾ। ਇੰਨੇ ਸਾਲ ਹੋ ਗਏ ਆਪਾਂ ਇਹ ਸੰਤਾਪ ਭੋਗ ਰਹੇ ਹਾਂ, ਕਰਪਸ਼ਨ ਦਾ ਬੁਰਾ, ਮਤਲਬ ਕਿੰਨਾ ਜ਼ਿਆਦਾ ਕਰਪਸ਼ਨ ਹੈ, ਹਰ ਚੀਜ਼ ਦਾ ਬੁਰਾ ਹਾਲ ਹੈ। ਤੁਸੀਂ ਜਿਹੜਾ ਬੰਦਾ ਕੁਝ ਕਰਨਾ ਚਾਹੁੰਦਾ ਤੁਹਾਡੇ ਲਈ, ਉਹਨੂੰ ਚਾਂਸ ਦਿਓਗੇ ਤਾਂ ਹੀ ਬੰਦਾ ਤੁਹਾਡੇ ਲਈ ਕੁਝ ਕਰਕੇ ਦਿਖਾਊਗਾ ਨਾ। ਜਦੋਂ ਗੁਰਕੀਰਤ ਸਿੰਘ ਕੋਟਲੀ ਨੂੰ ਪੁੱਛਦੇ ਆ, ਉਹ ਕਹਿੰਦੇ ਖੰਨੇ ਦਾ ਵਿਕਾਸ ਬਹੁਤ ਕਰਵਾਇਆ ਸੀ, ਡਿਵੈਲਪਮੈਂਟ ਦੇ ਨਾਮ ਤੇ ਲੋਕਾਂ 'ਚ ਜਾਵਾਂਗੇ। ਨਹੀਂ, ਵਿਕਾਸ ਮਤਲਬ ਦੱਸਣ ਤਾਂ ਸਹੀ ਨਾ ਕੀ ਕਰਵਾਇਆ, ਇੱਕ ਵੀ ਚੀਜ਼ ਦੱਸ ਦੇਣ ਉਹ ਕਰਵਾਈ ਆ। ਵਿਕਾਸ ਉਹ ਸਿਰਫ ਕਾਗਜ਼ਾਂ 'ਚ ਹੀ ਵਿਕਾਸ ਹੋਇਆ ਜਾਂ ਉਹਨਾਂ ਦੇ ਕਹਿਣ ਨਾਲ ਵਿਕਾਸ ਹੋਇਆ? ਇੱਕ ਵੀ ਚੀਜ਼, ਸ਼ਹਿਰ ਦਾ ਤਾਂ ਬੁਰਾ ਹਾਲ ਹੈ, ਤੁਸੀਂ ਹੁਣ ਨਿਕਲ ਕੇ ਦੇਖੋ ਕਿਤੇ, ਪਾਣੀ ਹੈ, ਚਿੱਕੜ ਹੈ, ਬੁਰਾ ਹਾਲ ਹੈ, ਹਸਪੀਟਲ ਦਾ ਬੁਰਾ ਹਾਲ ਹੈ, ਹਰ ਜਗ੍ਹਾ ਹੀ। ਸਿਹਤ ਸਹੂਲਤਾਂ ਕਿਵੇਂ ਨੇ? ਹਸਪੀਟਲ ਤਾਂ ਹੈ ਖੰਨਾ 'ਚ, ਸਹੂਲਤਾਂ ਕਿਵੇਂ ਨੇ ਉੱਥੇ? ਸਿਹਤ ਸਹੂਲਤਾਂ ਜੀ ਦੇਖੋ, ਪਿੱਛੇ ਜੇ ਇੱਕ ਲੇਡੀ ਦੇ ਰੋਡ ਤੇ ਡਿਲੀਵਰੀ ਹੋਈ ਸੀ ਉਹਦੀ, ਤੁਸੀਂ ਹਾਲ ਦੇਖ ਲਓ। ਕੁਝ ਵੀ ਤੁਸੀਂ ਉੱਥੇ ਕੋਈ ਵੀ ਛੋਟੀ ਤੋਂ ਪ੍ਰੋਬਲਮ ਲੈ ਕੇ ਹਸਪੀਟਲ ਚਲੇ ਜਾਓ ਨਾ, ਉਹਨਾਂ ਨੇ ਰੈਫਰ ਕਰ ਦੇਣਾ, ਲੁਧਿਆਣੇ ਚਲੇ ਜਾਓ ਜੀ, ਚੰਡੀਗੜ੍ਹ ਚਲੇ ਜਾਓ ਜੀ, ਕੋਈ ਇੱਥੇ ਹਾਲ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਹੈ। ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਜਿਹੜੇ ਕੰਮ ਨੇ ਇਹ ਦੇਖ ਕਿਉਂ ਨਹੀਂ ਸਕੇ? ਮੰਤਰੀ ਵੀ ਬਣ ਗਏ, ਵਿਧਾਇਕ ਵੀ ਬਣ ਗਏ, ਕਿਉਂਕਿ ਉਹ ਰਹਿੰਦੇ ਹੀ ਨਹੀਂ ਇੱਥੇ। ਕਿੱਥੇ ਰਹਿੰਦੇ ਨੇ? ਉਹ ਚੰਡੀਗੜ੍ਹ ਰਹਿੰਦੇ ਨੇ। ਉਹ ਤਾਂ ਉਹਨਾਂ ਲਈ ਤਾਂ ਜਿਵੇਂ ਆਪਾਂ ਪਿਕਨਿਕ ਮਨਾਉਣ ਲਈ ਚੰਡੀਗੜ੍ਹ ਜਾਂਦੇ ਆ ਨਾ, ਉਹ ਪਿਕਨਿਕ ਮਨਾਉਣ ਲਈ ਖੰਨੇ ਆਉਂਦੇ ਨੇ। ਉਹਨਾਂ ਨੂੰ ਲੱਗਦਾ ਹੁੰਦਾ ਕਿ ਚਲੋ ਫॉर ਅ ਚੇਂਜ, ਚਲੋ ਜੀ ਹੁਣ ਖੰਨੇ ਗੇੜਾ ਮਾਰਿਆ ਉਹਨੇ। ਤਾਂ ਹੁਣ ਲੋਕ ਕੀ ਮਨ ਬਣਾ ਰਹੇ ਨੇ ਫਿਰ? 10 ਸਾਲ ਤਾਂ ਉਹਨਾਂ ਨੂੰ ਦੇ ਦਿੱਤੇ ਨੇ ਲੋਕਾਂ ਨੇ। ਲੋਕਾਂ ਤਾਂ ਜੀ ਮਨ ਬਣਾਇਆ ਹੋਇਆ, ਲੋਕ ਕਹਿੰਦੇ ਨੇ ਕਿ ਸਾਡੇ ਕੋਲ ਆਵੇ ਸਹੀ ਇੱਕ ਵਾਰ। ਮਤਲਬ ਇੰਨੇ ਜ਼ਿਆਦਾ ਡੈਸਪਰੇਟ ਹੋਏ ਪਏ ਨੇ ਲੋਕ, ਇੰਨਾ ਉਹਨਾਂ ਨਾਲ ਮਤਲਬ ਤੰਗ ਹੋਏ ਪਏ ਨੇ ਕਿ ਇੱਕ ਵੀ ਚੀਜ਼ ਨਹੀਂ ਕੀਤੀ। ਸਪੈਸ਼ਲੀ ਤੁਸੀਂ ਲਾਈਨੋਂ ਪਾਰ ਹਾਲ ਦੇਖਿਓ ਲੋਕਾਂ ਦਾ ਜਾ ਕੇ। ਖੰਨਾ ਮਸ਼ਹੂਰ ਹੈ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਹੈ। ਜਦੋਂ ਫਸਲ ਆਉਂਦੀ ਹੈ ਉਹਦੇ ਰੱਖ ਰਖਾਵ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਪਿਛਲੇ ਸਮੇਂ ਦੇ ਵਿੱਚ ਕੀ ਕੁਝ ਦੇਖਿਆ ਤੁਸੀਂ? ਕੋਈ ਪ੍ਰਬੰਧ ਨਹੀਂ ਜੀ, ਜਦੋਂ ਬਾਰਿਸ਼ ਆਉਂਦੀ ਹੈ ਸਾਰੀ ਫਸਲ ਖਰਾਬ ਹੋ ਜਾਂਦੀ ਹੈ, ਕੋਈ ਸਿਸਟਮ ਹੈ ਹੀ ਨਹੀਂ, ਕੋਈ ਪ੍ਰਬੰਧ ਕੀਤਾ ਹੀ ਨਹੀਂ ਹੋਇਆ ਉਹਨਾਂ ਨੇ। ਜਦੋਂ ਲੋਕ, ਤੁਸੀਂ ਕਹਿੰਦੇ ਚੰਡੀਗੜ੍ਹ ਰਹਿੰਦੇ ਨੇ ਗੁਰਕੀਰਤ ਸਿੰਘ ਕੋਟਲੀ, ਲੋਕ ਫਿਰ ਕਿਹਦੇ ਕੋਲ ਜਾਂਦੇ ਨੇ ਇੱਥੇ? ਹੋਰ ਉਹਨਾਂ ਨੇ ਕੋਈ ਆਪਣੇ ਨੁਮਾਇੰਦੇ ਨੇ? ਕਿਸ ਤਰ੍ਹਾਂ ਕਰਦੇ ਨੇ ਫਿਰ ਲੋਕ ਤਾਂ ਜੀ ਵਿਚਾਰੇ ਅਪਰੋਚ ਤਾਂ ਕਰ ਹੀ ਨਹੀਂ ਸਕਦੇ ਉਹਨਾਂ ਨੂੰ। ਅਸੀਂ ਤਾਂ ਮਤਲਬ ਅਸੀਂ ਬਿਨਾਂ ਕਿਸੇ ਅਹੁਦੇ ਤੋਂ, ਸਾਨੂੰ ਇਹ ਸੀਗਾ ਕਿ ਯਾਦੂ ਜੀ 17-18 ਸਾਲ ਤੋਂ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ। ਹੁਣ ਤਾਂ ਮੈਂ ਕਹੂੰਗੀ ਕਿ ਅਸੀਂ 2 ਹੋ ਗਏ, ਹੁਣ ਤਾਂ 24 ਆਵਰਸ ਦੀ ਬਜਾਏ 48 ਆਵਰਸ ਮੈਨੂੰ ਲੱਗਦਾ ਕਿ ਫੈਸਿਲਿਟੀਜ਼ ਮਿਲ ਰਹੀਆਂ ਸਾਰਿਆਂ ਨੂੰ। ਅੱਛਾ, ਇੱਕ ਪਿੱਛੇ ਜੇ ਹੋਇਆ ਕਿ ਜਿਹੜੇ ਤਲਵੰਡੀ ਸਾਹਿਬ ਸੀ, ਪਿਛਲੀ ਵਾਰੀ ਉਹਨੇ ਇਲੈਕਸ਼ਨ ਲੜੀ, ਉਹ ਤੁਹਾਡੇ ਨਾਲ ਨਹੀਂ ਹੈਗੇ ਹੁਣ,
ਇਕਬਾਲ ਸਿੰਘ ਚੰਨੀ ਵੱਡਾ ਨਾਮ ਸੀਗਾ ਅਕਾਲੀ ਦਲ ਦਾ, ਉਹ ਵੀ ਤੁਹਾਡੇ ਨਾਲ ਨਹੀਂ, ਕਈ ਲੀਡਰ ਛੱਡ ਗਏ ਪਾਰਟੀ ਨੂੰ, ਜਾਂ ਤੁਹਾਨੂੰ ਕਿੰਨਾ ਨੁਕਸਾਨ ਹੈਗਾ ਇਸ ਗੱਲ ਦਾ? ਦੇਖੋ ਜੀ, ਨੁਕਸਾਨ ਤਾਂ ਮੈਂ ਕਹੂੰਗੀ ਉਹਨਾਂ ਦਾ ਹੈ, ਕਿਉਂਕਿ ਤੁਸੀਂ ਪਾਰਟੀ ਦੇ ਇੰਨੀ ਦੇਰ ਹੋ ਗਈ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ, ਬਟ ਇਹ ਥੋੜੀ ਹੁੰਦਾ ਕਿ ਤੁਸੀਂ ਹੁਣ ਅਗਰ ਪਾਰਟੀ ਵੀ ਕੋਈ ਸਰਵੇ ਕਰਕੇ ਕੁਝ ਦੇਖ ਕੇ ਟਿਕਟ ਦਿੰਦੀ ਆ ਨਾ, ਐਦਾਂ ਨਹੀਂ ਨਾ ਹੁੰਦਾ ਕਿ ਹੁਣ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਪਾਰਟੀ ਛੱਡ ਕੇ ਕਿਤੇ ਹੋਰ ਚਲੇ ਜਾਓ। ਅੱਛਾ, ਇਸ ਤਰ੍ਹਾਂ ਦੇ ਵੀ ਸੀ ਕੁਝ ਆਗੂ ਜਿਹੜੇ ਨਾਰਾਜ਼ ਸੀਗੇ ਤੁਹਾਡੇ ਨਾਲ, ਹੁਣ ਚੱਲ ਪਏ ਨੇ, ਤੁਸੀਂ ਉਹਨਾਂ ਨੂੰ ਕੀਤਾ ਕਿ ਨਹੀਂ ਆਪਾਂ ਇਕੱਠੇ ਕੰਮ ਕਰਨਾ ਹੈਗਾ ਇਸ ਤਰ੍ਹਾਂ? ਨਹੀਂ ਜੀ, ਕੋਈ ਨਾਰਾਜ਼ ਨਹੀਂ ਹੈ, ਹੁਣ ਸਾਰੇ ਇਕੱਠੇ ਹੋ ਕੇ ਚੱਲ ਰਹੇ ਨੇ। ਹਾਂਜੀ, ਸਾਰਿਆਂ 'ਚ ਬਹੁਤ ਉਤਸ਼ਾਹ ਹੈ। ਤੁਸੀਂ ਐਮਸੀ ਹੋ ਨਗਰ ਕੌਂਸਲ ਦੇ, ਪਰ ਤੁਹਾਡੇ ਅਕਾਲੀ ਦਲ ਦੇ ਬਹੁਤੇ ਐਮਸੀ ਜਿੱਤ ਨਹੀਂ ਸਕੇ ਇਸ ਵਾਰ ਵੀ। ਬਹੁਤ ਜ਼ਿਆਦਾ ਧੱਕਾ ਕੀਤਾ ਉਹਨਾਂ ਨੇ ਉਹਦੇ ਵਿੱਚ ਵੀ, ਮਤਲਬ ਤੁਹਾਨੂੰ ਪਤਾ ਹੀ ਆ ਕਿ 2-3 ਦਿਨ ਬਾਅਦ ਰਿਜ਼ਲਟ ਆਇਆ ਸੀਗਾ, ਤੇ ਕੁਛ ਇੱਕ ਤੇ ਤਾਂ ਪਹਿਲਾਂ ਹੀ ਉਹਨਾਂ ਨੇ ਪਰਚੇ ਪੁਰਚੇ ਪਵਾਤੇ ਸੀਗੇ, ਮਤਲਬ ਬਿਫੋਰ ਰਿਜ਼ਲਟ ਹੀ, ਤੇ ਧੱਕੇਸ਼ਾਹੀ ਬਹੁਤ ਕਰਦੇ ਨੇ ਉਹ। ਆਮ ਆਦਮੀ ਪਾਰਟੀ ਨੂੰ ਕਿੱਥੇ ਖੜਾ ਦੇਖਦੇ ਹੋ? ਆਮ ਆਦਮੀ ਪਾਰਟੀ ਕਹਿ ਰਹੀ ਕਿ ਇੱਕ ਮੌਕਾ ਕੇਜਰੀਵਾਲ ਨੂੰ, ਇਸ ਵਾਰ ਸਾਨੂੰ ਵੋਟਾਂ ਪਾਓ। ਕਿਸ ਬੇਸ ਤੇ ਕਹਿ ਰਹੇ ਨੇ ਉਹ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਨਾ। ਕੇਜਰੀਵਾਲ ਪਹਿਲਾਂ ਉਹ ਇਹ ਦੇਖਣ ਦਿੱਲੀ 'ਚ ਕੀ ਕੀਤਾ ਉਹਨਾਂ ਨੇ, ਇੱਕ ਵੀ ਚੀਜ਼ ਉਹਨਾਂ ਨੇ ਦਿੱਲੀ 'ਚ ਕੀਤੀ ਹੁੰਦੀ ਫਿਰ ਉਹ ਆ ਕੇ ਕਹਿ ਸਕਦੇ ਸੀਗੇ। ਕੋਈ ਬੇਸ ਹੀ ਨਹੀਂ ਹੈਗਾ, ਕਿਸ ਬੇਸ ਤੇ ਕਹਿ ਰਹੇ ਨੇ? ਗਰੰਟੀ ਦੇ ਰਹੇ ਨੇ ਕੇਜਰੀਵਾਲ, ਗਰੰਟੀ ਉਹ ਦੇ ਰਹੇ ਨੇ, ਕਰਨਾ ਕੁਛ ਨਹੀਂ ਉਹਨਾਂ ਨੇ। ਤੁਹਾਡੇ ਇੱਥੇ ਸੌਂਦ ਨੇ ਕੈਂਡੀਡੇਟ, ਪਹਿਲਾਂ ਸ਼ਾਇਦ ਪਿਛਲੀ ਵਾਰ ਅਨਿਲ ਦੱਤ ਫੱਲੀ ਸੀਗੇ। ਹਾਂਜੀ ਹਾਂਜੀ, ਅਨਿਲ ਦੱਤ ਫੱਲੀ, ਤੁਸੀਂ ਨਾ ਅਨਿਲ ਦੱਤ ਫੱਲੀ ਜੀ ਤੋਂ ਮੈਨੂੰ ਲੱਗਦਾ ਕਿ ਉਹ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਨੇ ਆਮ ਆਦਮੀ ਪਾਰਟੀ। ਹੁਣ ਤੁਹਾਡੀ ਪਾਰਟੀ 'ਚ ਨੇ? ਬਿਲਕੁਲ ਜੀ, ਬਿਲਕੁਲ। ਔਰ ਉਹ ਤਾਂ ਤੁਹਾਨੂੰ ਡਿਟੇਲ 'ਚ ਦੱਸ ਦੇਣਗੇ ਕਿ ਆਮ ਆਦਮੀ ਪਾਰਟੀ ਦਾ ਹਾਲ ਕੀ ਹੈ। ਜੇ ਤੁਸੀਂ ਜਿੱਤਦੇ ਹੋ, ਖੰਨਾ ਦੇ ਲੋਕ ਤੁਹਾਨੂੰ ਜਿਤਾਉਂਦੇ ਨੇ, ਤਾਂ ਕੀ ਕਰੋਗੇ ਤੁਸੀਂ ਖੰਨਾ ਸ਼ਹਿਰ ਦੇ ਲਈ, ਖੰਨੇ ਹਲਕੇ ਦੇ ਲਈ? ਹਾਂਜੀ, ਅਸੀਂ ਬਿਲਕੁਲ ਮਤਲਬ ਪਹਿਲਾਂ ਹੀ ਪਲਾਨ ਕਰ ਚੁੱਕੇ ਹਾਂ, ਕਿਉਂਕਿ ਰਾਦਰ ਦੈਨ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਲੋਕਾਂ ਕੋਲ ਜਾ ਕੇ ਪਹਿਲਾਂ ਵੋਟਾਂ ਮੰਗਾਂ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ। ਅਸੀਂ ਪਹਿਲਾਂ ਬੈਠ ਕੇ ਪਲੈਨਿੰਗ ਕੀਤੀ ਆ ਕਿ ਅਸੀਂ ਕਰਨਾ ਕੀ ਹੈ। ਤੁਸੀਂ ਦੇਖੋ, ਗੁਰੂ ਅਮਰਦਾਸ ਮਾਰਕੀਟ ਦੇ ਵਿੱਚ ਕੋਈ ਪਾਰਕਿੰਗ ਨਹੀਂ ਹੈ, GTV ਮਾਰਕੀਟ 'ਚ ਕੋਈ ਪਾਰਕਿੰਗ ਨਹੀਂ ਹੈਗੀ। ਉੱਥੇ ਇੱਕ ਟੈਂਕੀ ਵਾਲੀ ਜਗ੍ਹਾ ਹੈਗੀ ਆ, ਉਹ ਪਹਿਲਾਂ ਵੀ ਉੱਥੇ ਹੀ ਸੀ, ਹੁਣ ਵੀ ਉੱਥੇ ਹੀ ਆ। ਬਟ ਦ ਥਿੰਗ ਇਜ਼ ਕਿ ਤੁਹਾਨੂੰ ਉੱਥੇ ਪੈਸੇ ਲਾਉਣੇ ਪੈਂਦੇ ਆ। ਅਗਰ ਤੁਸੀਂ ਪੈਸੇ ਇਨਵੈਸਟ ਕਰੋਗੇ ਤਾਂ ਹੀ ਤੁਸੀਂ ਕੁਛ ਕਰੋਗੇ। ਗਵਰਨਮੈਂਟ ਤੋਂ ਜਿਹੜੇ ਫੰਡਸ ਆਉਂਦੇ ਨੇ, ਹੁਣ ਜੇ ਤੁਸੀਂ ਇਨਵੈਸਟ ਕਰ ਦੋਗੇ, ਕੁਛ ਬਣਾ ਦੋਗੇ, ਤਾਂ ਆਪਣੀ ਜੇਬਾਂ 'ਚ ਕਿਵੇਂ ਪਾਉਂਗੇ? ਉੱਥੇ ਅਸੀਂ ਮਲਟੀ ਬੇਸਮੈਂਟ ਪਾਰਕਿੰਗ ਬਣਾਵਾਂਗੇ, ਤੇ ਜਿੰਨੀ ਵੀ ਗੁਰੂ ਅਮਰਦਾਸ ਮਾਰਕੀਟ ਦੇ ਵਿੱਚ ਪਾਰਕਿੰਗ ਦਾ ਇਸ਼ੂ ਆ, ਕਿੰਨੀ ਪ੍ਰੋਬਲਮ ਆਉਂਦੀ, ਉਹ ਸਾਰੀ ਆਪਾਂ ਉੱਥੇ ਮਤਲਬ ਪਾਰਕਿੰਗ ਹੋ ਜਾਏਗੀ। ਤੁਹਾਡੇ ਬੋਰਡ ਦੇਖੇ ਮੈਂ ਖੰਨਾ ਦੇ ਵਿੱਚ ਲੱਗੇ ਹੋਏ, ਤੁਸੀਂ ਲਿਖਿਆ ਕਿ ਖੰਨੇ ਦਾ ਵਿਕਾਸ ਕਰਵਾਵਾਂਗੇ ਵਾਧੂ, ਇਸ ਵਾਰ ਜਸਦੀਪ ਕੌਰ ਜਾਦੂ। ਵਾਧੂ ਵਿਕਾਸ ਕਰਾਉਣਾ ਤੁਸੀਂ? ਬਿਲਕੁਲ ਜੀ, ਬਿਲਕੁਲ, ਡੈਫੀਨੇਟਲੀ ਕਰਕੇ ਦਿਖਾਉਣਾ। ਜਿਹੜੇ ਮੀਨਸ ਇਹ ਮਤਲਬ ਲੋਕੀ ਵਿਚਾਰੇ, ਮੈਂ ਨਹੀਂ ਕਹਿੰਦੀ ਕਿ ਉਹਨਾਂ ਦਾ ਕਸੂਰ ਆ, ਜਿਹੜੇ ਉਹ ਸਾਰੇ ਕਹਿ ਰਹੇ ਨੇ ਨਾ ਕਿ ਨਹੀਂ ਜੀ ਕੋਈ ਨਹੀਂ, ਕਰਪਸ਼ਨ ਕਦੀ ਨਹੀਂ ਖਤਮ ਹੋਈ, ਕਦੀ ਇਹ ਨਹੀਂ ਹੋਇਆ, ਕਦੀ ਉਹ ਨਹੀਂ ਹੋਇਆ। ਅਸੀਂ ਇਹ ਚੀਜ਼ਾਂ ਕਰਕੇ ਦਿਖਾਉਣੀਆਂ ਨੇ, ਕਰਪਸ਼ਨ ਖਤਮ ਕਰਕੇ ਦਿਖਾਉਣੀ, ਕਿਉਂਕਿ ਅਸੀਂ ਨਾ ਕਦੀ ਪੈਸਾ ਖਾਧਾ ਤੇ ਨਾ ਕਦੀ ਖਾਣ ਦੇਣਾ। ਜਦੋਂ ਸਾਨੂੰ ਪਤਾ ਕਿ ਅਸੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ, ਤਾਂ ਅਸੀਂ ਕਿਸੇ ਨੂੰ ਵੀ ਕੁਝ ਵੀ ਕਹਿ ਸਕਦੇ ਹਾਂ। ਤੁਹਾਡੇ ਕੋਲ ਪਹੁੰਚ ਸੌਖੀ ਆ? ਕਈ ਵਾਰ ਹੁੰਦਾ ਕਿ ਜਿਹੜੇ ਲੀਡਰ ਹੁੰਦੇ ਨੇ ਫੋਨ ਨਹੀਂ ਚੱਕਦੇ ਹੈਗੇ, ਮਿਲਦੇ ਨਹੀਂ ਹੈਗੇ, ਸਮਾਂ ਨਹੀਂ ਦਿੰਦੇ ਹੈਗੇ ਵਰਕਰਸ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ। ਨਹੀਂ ਜੀ, ਇਹ ਤਾਂ ਤੁਸੀਂ ਮੈਨੂੰ ਲੱਗਦਾ ਵੀ ਲੋਕਾਂ ਨੂੰ ਪੁੱਛੋਗੇ ਤਾਂ ਬੈਟਰ ਹੈ, ਕਿਉਂਕਿ ਬੱਚੇ ਨੂੰ ਤੁਸੀਂ ਪੁੱਛ ਲਓ। ਸਾਡੇ ਘਰ 11-12 ਵਜੇ ਤੋਂ ਪਹਿਲਾਂ ਰਾਤ ਨੂੰ ਕਦੇ ਲੋਕ ਨਹੀਂ ਲੱਗਦਾ। ਤੁਸੀਂ 2 ਵਜੇ ਵੀ ਕਾਲ ਕਰੋਗੇ ਤਾਂ ਫੋਨ ਤੁਹਾਡਾ ਅਟੈਂਡ ਹੋਊਗਾ, ਕਦੇ ਇਹ ਨਹੀਂ ਹੁੰਦਾ ਫੋਨ ਸਾਇਲੈਂਟ ਆ ਜਾਂ ਫੋਨ ਆਫ ਹੈ। ਜਿਸ ਦਿਨ ਪਤਾ ਲੱਗਿਆ ਕਿ ਜਸਦੀਪ ਕੌਰ ਜਾਦੂ ਨੂੰ ਟਿਕਟ ਮਿਲ ਗਈ, ਕਿਸ ਤਰ੍ਹਾਂ ਦਾ ਸੀਗਾ, ਤੁਹਾਨੂੰ ਕੀ ਲੱਗ ਰਿਹਾ ਸੀ ਉਸ ਵੇਲੇ? ਹਾਂਜੀ, ਬਿਲਕੁਲ, ਇੱਕ ਵਾਰ ਤਾਂ ਸ਼ੌਕਿੰਗ ਸੀਗਾ ਹੀ ਮੇਰੇ ਲਈ, ਕਿਉਂਕਿ ਯਾਦੂ ਜੀ ਨੇ ਪਹਿਲਾਂ ਇਲੈਕਸ਼ਨ ਲੜਨੀ ਸੀ, ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ, ਸੋ ਮੈਨੂੰ ਇਲੈਕਸ਼ਨ ਲੜਨੀ ਪਈ। ਬਟ ਠੀਕ ਹੈ, ਹੁਣ ਪਰਮਾਤਮਾ ਨੇ ਇਸ ਚੀਜ਼ ਲਈ ਲੈ ਕੇ ਆਂਦਾ, ਤਾਂ ਅਸੀਂ ਦੋਨੋਂ ਕਰਕੇ ਦਿਖਾਵਾਂਗੇ। ਹੁਣ ਤੁਸੀਂ ਇਲਜ਼ਾਮ ਲਾ ਰਹੇ ਹੋ ਗੁਰਕੀਰਤ ਸਿੰਘ ਕੋਟਲੀ ਤੇ ਕਿ ਡਿਵੈਲਪਮੈਂਟ ਨਹੀਂ ਕਰਾਈ, ਪੈਸੇ ਜੇਬਾਂ 'ਚ ਪਾ ਲਏ, ਪਰ ਤੁਹਾਡੇ ਕੋਲ ਸਬੂਤ ਨੇ ਇਸ ਚੀਜ਼ ਦੇ ਕਿਸੇ? ਤੁਸੀਂ ਨਾ ਪਹਿਲਾਂ ਰੇਹੜੀ ਵਾਲਿਆਂ ਨੂੰ ਪੁੱਛਿਓ, ਉਹਨਾਂ ਰੇਹੜੀ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ। ਮੈਂ ਕਹਿੰਦੀ MLA ਸਾਹਿਬ, ਤੁਸੀਂ ਰੇਹੜੀ ਵਾਲਿਆਂ ਨੂੰ ਤਾਂ ਬਖਸ਼ ਦਿਓ, ਉਹਨਾਂ ਤੋਂ ਵੀ ਪੈਸੇ ਲੈਂਦੇ ਆ ਨਾ ਉਹ। ਰੇਹੜੀ ਵਾਲੇ ਖੁਦ ਆਏ ਸੀਗੇ ਕਿ ਸਾਡੇ ਤੋਂ ਜੀ ਅਸੀਂ ਹੁੰਦਾ ਕਿ ਵਸੂਲੀ ਹੁੰਦੀ, ਇੰਨੇ ਪੈਸੇ ਕਮਾਏ ਆ ਤਾਂ ਇੰਨੇ ਉਹਨਾਂ ਨੂੰ ਦੇਣੇ ਪੈਂਦੇ ਆ। ਤੁਸੀਂ ਸੋਚੋ ਕਿ ਹੋਰ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ? ਜਿਹੜੇ ਬੰਦਾ ਵਿਚਾਰੇ ਰੇਹੜੀ ਵਾਲੇ ਤੋਂ ਤੁਸੀਂ ਆਪਣਾ ਕਮਿਸ਼ਨ ਲੈ ਰਹੇ ਹੋ, ਹੋਰ ਤਾਂ ਆਪਾਂ ਕੁਝ ਐਕਸਪੈਕਟ ਹੀ ਨਹੀਂ ਕਰ ਸਕਦੇ ਉਹਨਾਂ ਤੋਂ। ਚਲੋ, ਜਿਸ ਢੰਗ ਦੇ ਨਾਲ ਫਿਰ ਲਾਸਟ ਦੇ ਵਿੱਚ ਇਹੀ ਸਵਾਲ ਹੈਗਾ ਕਿ ਜਦੋਂ ਹੁਣ ਤੁਸੀਂ ਲੋਕਾਂ ਕੋਲੇ ਜਾਂਦੇ ਹੋ ਤੇ ਉਹਨਾਂ ਨੂੰ ਆਪਣਾ ਵਿਜ਼ਨ ਦੱਸਦੇ ਹੋ, ਤਾਂ ਲੋਕ ਕੀ ਕਹਿੰਦੇ ਨੇ ਤੁਹਾਨੂੰ? ਮੈਂ ਉਹੀ ਫੇਰ ਕਹੂੰਗੀ ਕਿ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ 'ਚ, ਕਿ ਉਹ ਵਾਕਿਆ ਹੀ ਚਾਹੁੰਦੇ ਨੇ ਕਿ ਸਾਡੇ ਸ਼ਹਿਰ ਵਾਸਤੇ ਕੋਈ ਐਵੇਂ ਦਾ ਬੰਦਾ ਆਵੇ ਕਿ ਜਿਹੜਾ ਵਾਕਈ ਸਾਡੇ ਸ਼ਹਿਰ ਦੀ ਨੁਹਾਰ ਬਦਲ ਦੇਵੇ, ਕਿ ਮਤਲਬ ਡੇ ਬਾਏ ਡੇ ਨਰਕ 'ਚ ਜਾ ਰਿਹਾ ਖੰਨਾ ਸ਼ਹਿਰ, ਔਰ ਅਸੀਂ ਇਹ ਚੀਜ਼ਾਂ ਕਰਕੇ ਦਿਖਾਉਣੀਆਂ ਨੇ ਸਾਰੀਆਂ। ਬਦਲੇਗਾ ਹੁਣ? ਬਿਲਕੁਲ, ਡੈਫੀਨੇਟਲੀ, 101%।
ਜਿਸ ਢੰਗ ਦੇ ਨਾਲ ਜਦੋਂ ਲੋਕ ਜਿਹੜੇ ਨੇ ਉਹ ਆਪਣਾ ਕੰਮ ਕਰਵਾਉਣ ਜਾਂਦੇ ਨੇ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ, ਉਹਨਾਂ ਦੇ ਕੰਮ ਜਿਹੜੇ ਸਿੱਧੇ ਨਹੀਂ ਹੁੰਦੇ ਹੈਗੇ, ਤਾਂ ਬਹੁਤ ਵਾਰ ਕਿਸੇ ਪ੍ਰਧਾਨ ਤੋਂ, ਕਿਸੇ ਐਮਐਲਏ ਤੋਂ ਫੋਨ ਕਰਾਉਣਾ ਪੈਂਦਾ। ਕੁਝ ਬਦਲਾਅ ਆਵੇਗਾ? ਬਿਲਕੁਲ ਜੀ, ਬਿਲਕੁਲ। ਦੇਖੋ, ਅਸੀਂ ਅਗੇਨ ਮੈਂ ਇਹੀ ਕਹੂੰਗੀ ਕਿ ਮੈਂ ਤੇ ਯਾਦੂ ਜੀ ਅਸੀਂ ਇਕੱਲੇ ਐਮਐਲਏ ਨਹੀਂ ਬਣਨਾ। ਪੂਰਾ ਖੰਨਾ ਸ਼ਹਿਰ ਸੋਚੂਗਾ ਕਿ ਮੈਂ ਐਮਐਲਏ ਹਾਂ। ਹਰ ਇੱਕ ਕੋਲ ਅਥਾਰਟੀ ਹੋਊਗੀ। ਅਸੀਂ ਹਰ ਜਗ੍ਹਾ ਆਪਣੇ ਫ਼ੋਨ ਨੰਬਰ ਲਾਵਾਂਗੇ। ਮੇਰਾ ਹੋਊਗਾ, ਯਾਦੂ ਜੀ ਦਾ, ਸਾਡੀ ਟੀਮ ਦਾ ਨੰਬਰ ਹੋਊਗਾ। ਕਿਤੇ ਵੀ ਤੁਹਾਨੂੰ ਲੱਗਦਾ ਕਿ ਫਾਲਤੂ ਕੋਈ ਕਿਸੇ ਤੋਂ ਪੈਸੇ ਲੈ ਰਿਹਾ, ਤੁਸੀਂ ਸਪੋਜ਼ ਕੋਈ ਜਿਹੜਾ ਕੰਮ ਆਫਿਸ ਦਾ ਕਰਾਉਣਾ, ਤੁਹਾਨੂੰ ਪਤਾ ਬਿਨਾਂ ਮਤਲਬ ਤੋਂ ਪੈਸੇ ਲੈਂਦੇ ਨੇ, ਕਿਤੇ ਕੋਈ ਕਿਸੇ ਤੋਂ ਪੈਸੇ ਨਹੀਂ ਲੈ ਸਕੂਗਾ। ਅਸੀਂ ਕਾਨੂੰਨ ਦਾ ਰਾਜ ਲਿਆ ਕੇ ਦਿਖਾਉਣਾ। ਇੱਥੇ ਖੰਨਾ ਇੱਕ ਬਿਹਤਰ ਹਲਕਾ ਬਣੇਗਾ, ਇੱਕ ਐਗਜ਼ਾਮਪਲ ਸੈੱਟ ਹੋਏਗੀ। ਬਿਲਕੁਲ ਐਗਜ਼ਾਮਪਲ ਸੈੱਟ ਕਰਕੇ ਦਿਖਾਣੀ ਹੈ। ਬਹੁਤ ਧੰਨਵਾਦ ਜਸਦੀਪ ਕੌਰ ਯਾਦੂ ਜੀ ਗੱਲਬਾਤ ਕਰਨ ਦੇ ਲਈ। ਤਾਂ ਜਸਦੀਪ ਕੌਰ ਯਾਦੂ ਹੋਰਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਦਾਅਵਾ ਹੈ ਕਿ ਕਰਪਸ਼ਨ ਫਰੀ ਹੋਵੇਗਾ, ਇਮਾਨਦਾਰੀ ਦੇ ਨਾਲ ਕੰਮ ਕਰਾਂਗੇ, 24 ਘੰਟੇ ਫੋਨ ਖੁੱਲ੍ਹੇ ਰੱਖਾਂਗੇ, ਜਨਤਾ ਦੀ ਸੇਵਾ ਕਰਾਂਗੇ। ਦੇਖਣਾ ਹੋਏਗਾ ਕਿ ਖੰਨਾ ਹਲਕੇ ਦੀ ਜਨਤਾ ਹੁਣ ਕਿੰਨਾ ਕੁ ਸਾਥ ਦਿੰਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।